ਸਤਿ ਸ਼੍ਰੀ ਅਕਾਲ ਜੀ। ਨਿਊਜ਼ ਏਸ਼ੀਆ ਪੰਜਾਬੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਕੁਲਵੰਤ ਸਿੰਘ। ਸਿਹਤ ਮਾਮਲਿਆਂ ਨੂੰ ਲੈ ਕੇ ਮੈਂ ਅੱਜ ਇੱਕ ਅਜਿਹੇ ਮਹਿਮਾਨ ਨੂੰ ਤੁਹਾਡੇ ਰੂਬਰੂ ਕਰਵਾਉਣ ਜਾ ਰਿਹਾ ਜਿਨ੍ਹਾਂ ਦੀ ਪੂਰੀ ਗੱਲਬਾਤ ਸੁਣਨ ਤੋਂ ਬਾਅਦ, ਆਪ ਬੀਤੀ ਸੁਣਨ ਤੋਂ ਬਾਅਦ, ਹੱਡ ਬੀਤੀ ਸੁਣਨ ਤੋਂ ਬਾਅਦ ਤੁਸੀਂ ਇਹ ਮੰਨੋਗੇ ਤੇ ਤੁਸੀਂ ਇਹ ਸਵਾਲ ਕਰੋਗੇ ਕਿ ਕੌਣ ਕਹਿੰਦਾ ਕਿ ਬਿਨਾਂ ਦਵਾਈ ਤੋਂ ਬੰਦਾ ਠੀਕ ਨਹੀਂ ਹੋ ਸਕਦਾ। ਸਤਿ ਸ਼੍ਰੀ ਅਕਾਲ ਜੀ, ਕੀ ਨਾਮ ਹੈ ਤੁਹਾਡਾ? ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਦਲਜੀਤ ਸਿੰਘ ਹੈ ਜੀ। ਤੇ ਹਾਂ ਕਰਦਾ ਜੀ, ਦਲਜੀਤ ਸਿੰਘ ਜੀ ਸੰਗਰੂਰ ਤੋਂ ਸੰਗਰੂਰ ਤੋਂ ਬਿਲੋਂਗ ਕਰਦਾ ਜੀ ਮੈਂ। ਤੇ ਦਲਜੀਤ ਸਿੰਘ ਜੀ ਕੀ ਕੰਮ ਕਰਦੇ ਹੋ? ਪਰਿਵਾਰ 'ਚ ਕੌਣ ਕੌਣ ਹੈ? ਕਿੰਨਾ ਪੜ੍ਹੇ ਹੋਏ ਹੋ? ਥੋੜ੍ਹੀ ਡਿਟੇਲ ਦਿਓਗੇ? ਮੈਂ ਆਰਮੀ 'ਚੋਂ ਰਿਟਾਇਰ ਹਾਂ ਜੀ ਅਤੇ ਮੈਂ +2 ਪੜ੍ਹਿਆ ਹੋਇਆ ਜੀ। ਮੇਰੇ ਪਰਿਵਾਰ 'ਚ ਮੇਰੀ ਵਾਈਫ, ਮੇਰੀ ਬੇਟੀ ਅਤੇ ਮੈਂ 3 ਜਣੇ ਜੀ ਅਸੀਂ। ਤੇ ਫੌਜ ਦੇ ਵਿੱਚੋਂ ਤਾਂ ਬੰਦਾ ਪੂਰਾ ਫਿੱਟ ਹੁੰਦਾ, ਉੱਥੇ ਐਕਸਰਸਾਈਜ਼ਾਂ ਵੀ ਹੁੰਦੀਆਂ ਨੇ, ਉੱਥੇ ਡਾਈਟ ਵੀ ਵਧੀਆ ਹੁੰਦੀ ਆ, ਉੱਥੇ ਹਰ ਤਰ੍ਹਾਂ ਦਾ ਧਿਆਨ ਰੱਖਿਆ ਜਾਂਦਾ, ਖਾਸ ਕਰਕੇ ਜਿਹੜੀ ਫਿਟਨੈਸ ਦੇ ਉੱਤੇ। ਫਿਰ ਕਿੱਦਾਂ ਬੀਪੀ ਦੀ ਪ੍ਰੋਬਲਮ? ਫਿਟਨੈਸ ਹੁੰਦੇ ਹੋਏ ਵੀ ਇੰਨਾ ਕੋਈ ਮੋਟਾਪਾ ਵੀ ਨਹੀਂ ਸੀ ਮੇਰਾ, ਬੀਪੀ ਫਿਰ ਵੀ ਫੌਜ ਦੇ ਵਿੱਚ ਹੀ ਵੱਧਦਾ ਸੀਗਾ ਜੀ। ਉਸੇ ਕੇਸ 'ਚ ਮੈਂ ਪੈਨਸ਼ਨ ਆਇਆ ਸੀਗਾ। ਮਤਲਬ ਕਿੱਦਾਂ ਪੈਨਸ਼ਨ ਆ ਗਈ? ਉੱਥੇ ਜਿਹੜਾ ਉਹਨਾਂ ਨੇ ਚੈੱਕਅਪ ਕੀਤਾ ਉਸ ਤੋਂ ਬਾਅਦ ਉਹਨਾਂ ਨੇ ਭੇਜਤਾ? ਉੱਥੇ ਵੀ ਚੈੱਕਅਪ ਕਰਦਾ ਸੀ ਮੈਨੂੰ। ਮੈਡੀਕਲ ਕੈਟਾਗਰੀ B ਕਰਤਾ ਸੀ, ਡਾਊਨ ਕਰਤਾ ਸੀ ਇਹ ਤੋਂ ਜੀ ਉਹਨਾਂ ਨੇ। ਇਸੇ ਕਰਕੇ ਮੈਂ ਪੈਨਸ਼ਨ ਆਉਣਾ ਪਿਆ ਮੈਨੂੰ। ਮਤਲਬ ਉਹਨਾਂ ਨੇ ਕਿਹਾ ਵੀ ਤੁਸੀਂ ਅੱਗੇ ਫਿੱਟ ਨਹੀਂ ਹਾਂ ਵੀ ਜਾਓ, ਹਾਂਜੀ ਵੀ ਤੁਸੀਂ ਰਿਟਾਇਰਮੈਂਟ ਲੈ ਸਕਦੇ? ਰਿਟਾਇਰਮੈਂਟ ਲੈ ਸਕਦੇ ਹੋ, ਹਾਂਜੀ। ਅੱਛਾ, ਮਤਲਬ ਉਹਨਾਂ ਨੇ ਤੁਹਾਨੂੰ ਅਨਫਿਟ ਕਰਾਰ ਦਿੱਤਾ ਸਿਰਫ ਬੀਪੀ ਵਧਣ ਕਰਕੇ? ਬੀਪੀ ਵਧਣ ਕਰਕੇ, ਹਾਂਜੀ। ਅੱਛਾ, ਕਿੰਨੀ ਸਰਵਿਸ ਤੁਹਾਡੀ ਰਹਿੰਦੀ ਸੀ ਜਦੋਂ ਤੁਹਾਨੂੰ ਉਹਨਾਂ ਨੇ ਅਨਫਿਟ ਕਰਾਰ ਦਿੱਤਾ? ਨਹੀਂ, ਮੈਂ ਸਰਵਿਸ ਦਾ ਤਕਰੀਬਨ ਜਿਹੜੀ ਪੈਨਸ਼ਨ ਲੱਗਦੀ ਹੈ ਜੀ, ਉਹ ਤਾਂ ਮੈਂ ਪੂਰੀ ਕਰਕੇ ਆਇਆ ਸੀ। ਤਾਂ ਪੂਰੀ ਕਰਦੇ ਸੀ 20 ਸਾਲ ਤੋਂ ਬਾਅਦ ਤਾਂ ਚਲੋ ਹੁੰਦਾ ਹੀ ਹੈ। 5-6 ਸਾਲ ਹੋਰ ਕਰ ਸਕਦਾ ਸੀਗਾ ਜੀ। ਮਤਲਬ ਤੁਹਾਡੀ ਬੀਪੀ ਦੀ ਪ੍ਰੋਬਲਮ ਨੇ ਤੁਹਾਡੇ 5-6 ਸਾਲ ਦੀ ਨੌਕਰੀ ਖਾ ਗਈ? ਹਾਂਜੀ ਹਾਂ, ਬਿਲਕੁਲ, ਹਾਂਜੀ। ਤੇ ਉਹ ਫਿਰ ਪ੍ਰੋਬਲਮ ਜਿਹੜੀ ਉਹ ਸੋਲਵ ਹੋਈ ਕਿਸੇ ਤਰੀਕੇ? ਤੁਸੀਂ ਜਦੋਂ ਤੁਹਾਨੂੰ ਇਹ ਲੱਗਿਆ ਵੀ ਤੁਹਾਨੂੰ ਬੀਟ ਕੈਟਾਗਰੀ 'ਚ ਇਹਨਾਂ ਨੇ ਕਰਤਾ ਹੈਗਾ ਤੇ ਤੁਹਾਡੇ ਦਿਮਾਗ 'ਤੇ ਤਾਂ ਬੋਝ ਪੈ ਗਿਆ ਹੋਣਾ ਵੀ ਯਾਰ ਸਰਵਿਸ ਵੀ ਮੇਰੀ ਜਿਹੜੀ ਹੈ ਉਹ ਰਿਟਾਇਰਮੈਂਟ ਲੈ ਗਈ ਹੈ, ਤੇ ਉਸ ਨੂੰ ਬਚਾਉਣ ਲਈ ਕੁਝ ਕੀਤਾ? ਨਹੀਂ, ਬਚਾਉਣ ਨੂੰ ਕੁਝ ਵੀ ਨਹੀਂ ਕਰ ਸਕਦੇ ਸੀਗੇ ਜੀ ਉਹਨੂੰ ਤਾਂ। ਕੁਝ ਦਵਾਈਆਂ, ਕੁਝ ਇਸ ਤਰ੍ਹਾਂ ਦਾ ਕੋਈ? ਪਰਮਾਨੈਂਟ ਚੱਲਦੀਆਂ ਸੀ ਦਵਾਈਆਂ ਮੇਰੀਆਂ। ਦਵਾਈਆਂ ਖਾ ਕੇ ਮੇਰਾ ਬੀਪੀ ਮੇਨਟੇਨ ਹੁੰਦਾ ਸੀਗਾ ਅਤੇ ਉਹਨਾਂ ਨੇ ਸਾਰਾ ਕੁਝ ਮੈਨੂੰ ਐਡਮਿਟ ਵੀ ਰੱਖਿਆ, ਸਭ ਕੁਝ ਚੈੱਕਅਪ ਕੀਤਾ। ਅਤੇ ਜਦੋਂ ਉਹਨਾਂ ਨੇ ਸੋਚਿਆ ਕਿ ਨਹੀਂ, ਇਹ ਮਤਲਬ ਵੀ ਇਹ ਪਰਮਾਨੈਂਟ ਹੀ ਮੈਨੂੰ ਕੈਟਾਗਰੀ B ਕਰਤਾ ਸੀ ਉਹਨਾਂ ਨੇ। ਯਾਨੀ ਉਹਨਾਂ ਦਾ ਕਹਿਣਾ ਸੀਗਾ, ਫੌਜ ਦੇ ਡਾਕਟਰਾਂ ਦਾ ਇਹ ਕਹਿਣਾ ਸੀਗਾ ਵੀ ਇਹ ਬੀਪੀ ਇਹਦਾ ਲੋ ਨਹੀਂ ਹੋ ਸਕਦਾ, ਨਾਰਮਲ ਨਹੀਂ ਆ ਸਕਦਾ, ਇਹਦਾ ਇਲਾਜ ਨਹੀਂ ਹੋ ਸਕਦਾ। ਨਹੀਂ, ਦਵਾਈਆਂ ਖਾ ਕੇ ਨਾਰਮਲ ਆਉਂਦਾ ਹੈਗਾ, ਪਰ ਫਿਰ ਹਾਰਡ ਵਰਕ ਨਹੀਂ ਕਰ ਸਕਦਾ ਬੰਦਾ ਜੀ। ਮੈਂ ਉਹੀ ਕਹਿ ਰਿਹਾ ਕਿ ਦਵਾਈਆਂ ਖਾ ਕੇ ਨਾਰਮਲ ਹੋ ਸਕਦਾ, ਆਮ ਜ਼ਿੰਦਗੀ ਦੇ ਵਿੱਚ ਬੰਦਾ ਇਹ ਨਾਰਮਲ ਨਹੀਂ ਹੋ ਸਕਦਾ ਬਿਨਾਂ ਦਵਾਈਆਂ ਦੇ। ਬਿਲਕੁਲ, ਹਾਂਜੀ। ਮਤਲਬ ਉਹਨਾਂ ਨੇ ਇੱਕ ਕਿਸਮ ਦਾ ਇਹ ਕਹਿਤਾ, ਅਨਾਊਂਸਮੈਂਟ ਕਰਤੀ ਸੀ ਰਿਟਨ 'ਚ ਕਿ ਤੁਸੀਂ ਬਿਨਾਂ ਦਵਾਈ ਦੇ ਤੋਂ ਤੁਹਾਡਾ ਬੀਪੀ ਨਾਰਮਲ ਨਹੀਂ ਆ ਸਕਦਾ, ਇਸ ਕਰਕੇ ਤੁਸੀਂ ਜਿਹੜਾ ਰਿਟਾਇਰਮੈਂਟ ਲੈ ਸਕਦੇ। ਹਾਂਜੀ, ਬਿਲਕੁਲ ਸਰ। ਬਹੁਤ ਲਾਸ ਹੋ ਗਿਆ? ਬਿਲਕੁਲ, ਹਾਂਜੀ। ਅੱਛਾ, ਦਵਾਈਆਂ ਕਿਹੜੀਆਂ ਖਾਂਦੇ ਸੀ? ਮਤਲਬ ਐਲੋਪੈਥੀ ਜੋ ਆਰਮੀ 'ਚੋਂ ਮਿਲਦੀਆਂ ਸੀਗੀਆਂ ਜੀ, ਉਹੀ ਖਾਂਦੇ ਸੀਗੇ ਜੀ। ਮਤਲਬ ਦੂਜਾ ਇਲਾਜ ਕਰਨ ਦੀ ਇਜਾਜ਼ਤ ਨਹੀਂ? ਦੂਜਾ ਇਲਾਜ ਕੋਈ ਉੱਥੇ ਜੋ ਉਹ ਨਹੀਂ ਸੀ। ਮੈਂ ਪੈਨਸ਼ਨ ਆਉਣ ਤੋਂ ਬਾਅਦ ਵੀ ਹੁਣ ਤੱਕ ਮੈਂ ਦਵਾਈ ਖਾਂਦਾ ਰਿਹਾ ਜੀ, ਇਹ ਤੋਂ ਮਿਲਟਰੀ ਦੇ ਵਿੱਚੋਂ ਲੈ ਕੇ, ਅਤੇ ਪਰ ਖਾ ਕੇ ਮੇਨਟੇਨ ਰਹਿੰਦਾ ਸੀ। ਜਦੋਂ ਛੱਡ ਦੋ ਫਿਰ ਵੱਧ ਜਾਂਦਾ ਸੀਗਾ ਜੀ। ਅੱਛਾ, ਕਿਹੜੀ ਦਵਾਈ ਲੈਂਦੇ ਸੀ? ਐਮਲੋਂਗ? ਕਿਹੜੀ ਹੋਰ? ਅਤੇ ਮੈਨੂੰ ਨਾਂ ਨਹੀਂ ਮੇਰੇ ਯਾਦ ਹੈਗੇ ਇਸ ਟਾਈਮ ਜੀ ਹੁਣ। ਹਾਂ, ਮੈਂ 5-6 ਗੋਲੀਆਂ ਖਾਂਦਾ ਸੀ ਸਵੇਰੇ ਅਤੇ ਸ਼ਾਮ ਨੂੰ। ਮਤਲਬ ਕਿੰਨਾ ਬੀਪੀ ਰਹਿੰਦਾ? ਬੀਪੀ ਮੇਰਾ ਖਾ ਕੇ ਤਾਂ ਠੀਕ ਹੈ, 140-90 ਦੇ ਕਰੀਬ ਰਹਿੰਦਾ ਸੀ। ਫਿਰ ਵੀ ਬਿਲਕੁਲ ਨਹੀਂ 120-80 ਨਹੀਂ ਆਉਂਦਾ ਸੀਗਾ। ਦਵਾਈ ਖਾ ਕੇ ਵੀ 140-90 ਇੱਥੇ ਕੁ ਰਹਿੰਦਾ ਸੀਗਾ ਜੀ। ਅਤੇ ਇੱਥੇ ਜਦੋਂ ਮੈਂ 6 ਅਪ੍ਰੈਲ ਨੂੰ ਡਾਕਟਰ ਸਾਹਿਬ ਕੋਲ ਆਇਆ ਜੀ। ਇੱਥੇ ਦਾ ਤੁਹਾਨੂੰ ਮੈਂ ਪੁੱਛਦਾ ਹੈਗਾ, ਇਸ ਤੋਂ ਇਲਾਵਾ ਫਿਰ ਜਦੋਂ ਮੰਨ ਲਓ ਵੀ ਤੁਹਾਨੂੰ ਐਲੋਪੈਥੀ ਤੋਂ ਨਹੀਂ ਆਇਆ, ਕੁਛ ਇਸ ਤਰ੍ਹਾਂ ਦਾ ਹੋਰ ਕੀਤਾ ਵੀ ਇੱਥੋਂ ਨਹੀਂ ਆਇਆ, ਚਲ ਕਿਸੇ ਹੋਰ ਪਾਸੋਂ ਦੇਖਾਂ ਮੈਂ ਵੀ ਕਿਸੇ ਆਯੁਰਵੇਦ ਦੇ, ਹੋਮੋਪੈਥੀ ਦੇ ਜਾਂ ਕਿਸੇ ਹੋਰ ਪੱਧਤੀ 'ਚ ਆਪਾਂ ਇਲਾਜ ਲੱਭੀਏ? ਨਹੀਂ, ਬਿਲਕੁਲ ਨਹੀਂ ਕੀਤਾ ਜੀ। ਇਹ ਪਹਿਲੀ ਵਾਰੀ ਕੀਤਾ ਮੈਂ ਇੱਥੇ ਆ ਕੇ ਜੀ। ਇਸ ਤੋਂ ਇਲਾਵਾ ਤੁਹਾਨੂੰ ਬਾਡੀ 'ਚ ਹੋਰ ਕੀ ਪ੍ਰੋਬਲਮ ਸੀ? ਨਹੀਂ, ਹੋਰ ਤਾਂ ਕੋਈ ਪ੍ਰੋਬਲਮ ਸੀਗੀ, ਬਸ ਬੀਪੀ ਦੀ ਸੀ ਮੈਨੂੰ ਜੀ। ਨਹੀਂ, ਤੁਸੀਂ ਕਹਿ ਰਹੇ ਸੀ ਵੀ ਸਟੰਟ ਪਿਆ ਤੁਹਾਨੂੰ? ਹਾਂ, ਮੈਨੂੰ ਕੀ ਸੀਗਾ ਜੀ, ਮਤਲਬ ਇਹ ਬਲੱਡ ਪ੍ਰੈਸ਼ਰ ਦੀ ਵਜ੍ਹਾ ਨਾਲ ਹੀ ਮੈਨੂੰ ਸਾਹ ਚੜ੍ਹਨ ਲੱਗ ਗਿਆ। ਮੈਂ ਟੈਸਟ ਕਰਾਉਣ ਵਾਸਤੇ ਗਿਆ ਮੋਹਾਲੀ ਗ੍ਰੇਸਨ ਹੌਸਪੀਟਲ ਦੇ ਵਿੱਚ ਵੀ ਆਪਣੇ ਟੈਸਟ ਕਰਵਾ ਲਾ ਵੀ ਕੋਈ ਪ੍ਰੋਬਲਮ ਤਾਂ ਨਹੀਂ। ਟੈਸਟ ਕਰਨ ਗਏ ਤੇ ਉਹਨਾਂ ਨੇ ਮੇਰੇ ਪਹਿਲਾਂ ECG ਕੀਤੀ, ਫਿਰ ਉਹਨਾਂ ਨੇ ਈਕੋ ਕੀਤੀ। ਉਹ ਕਹਿੰਦੇ ਈਕੋ ਦੇ ਵਿੱਚ ਵੀ ਫਰਕ ਹੈ, ਤੁਹਾਡੀ ਇੰਜੀਓਗ੍ਰਾਫੀ ਕਰਨੀ ਪਏਗੀ। ਇੰਜੀਓਗ੍ਰਾਫੀ ਕਰਦੇ ਉਹਨਾਂ ਨੇ ਮੇਰੇ ਸਟੰਟ ਪਾ ਕੇ ਭੇਜਿਆ ਮੈਨੂੰ ਉੱਥੋਂ। ਸਟੰਟ ਪਾ ਕੇ ਆਉਣ ਤੋਂ ਬਾਅਦ 5-6 ਮਹੀਨੇ ਜਦੋਂ ਨਿਕਲ ਕੇ ਮੈਂ ਆਪਣੇ ਆਪ ਨੂੰ ਚੈੱਕ ਕੀਤਾ ਪੌੜੀਆਂ ਵਗੈਰਾ ਚੜ੍ਹ ਕੇ, ਤਾਂ ਸਾਹ ਮੇਰਾ ਬਿਲਕੁਲ ਸੇਮ ਉਵੇਂ ਚੜ੍ਹਦਾ ਸੀ, ਕੋਈ ਫਰਕ ਨਹੀਂ ਪਿਆ। ਸਟੰਟ ਤੁਸੀਂ ਪੁੱਛਿਆ ਨਹੀਂ ਵੀ ਸਟੰਟ ਕਾਹਦਾ ਪਾਤਾ? ਪੁੱਛਿਆ ਸੀ ਉਹਨਾਂ ਨੂੰ, ਉਹ ਕਹਿੰਦੇ ਜੀ ਹੋ ਜੂ ਹੌਲੀ ਹੌਲੀ ਠੀਕ, ਪਰ ਸਟੰਟ ਪਾਤਾ ਉਹਨਾਂ ਨੇ। ਕਿੰਨੇ ਪੈਸੇ ਲੱਗੇ? ਨਹੀਂ, ਮੇਰਾ ਆਰਮੀ ਦੇ ਥਰੂ ਹੋਇਆ ਸੀ, ਮੇਰਾ ਪੈਸਾ ਤਾਂ ਕੋਈ ਨਹੀਂ ਲੱਗਿਆ ਜੀ, ਆਰਮੀ ਦੇ ਥਰੂ ਹੋਇਆ ਸੀ ਉਹ। ਤੇ ਦੂਜੀ ਹੁਣ ਆਈਏ ਆਪਾਂ, ਇੱਕ ਤਾਂ ਹੋ ਗਿਆ ਸਟੰਟ ਪੈ ਗਿਆ, ਸਾਹ ਤੁਹਾਨੂੰ ਜਿਹੜਾ ਚੜ੍ਹਦਾ ਰਿਹਾ, ਬੀਪੀ ਦੀ ਪ੍ਰੋਬਲਮ ਥੋੜੀ ਹੋ ਗਈ, ਇਸ ਤੋਂ ਇਲਾਵਾ ਕੁਝ ਹੋਰ ਵੀ ਹੋਇਆ? ਗੋਡਿਆਂ ਦੀ ਪ੍ਰੋਬਲਮ ਜਾਂ ਕੁਝ ਕਿਸੇ ਤਰੀਕੇ ਦੀ? ਗੋਡਿਆਂ ਦੀ ਪ੍ਰੋਬਲਮ ਤਾਂ ਵੈਸੇ ਹੀ ਨੋਰਮਲ, ਇਹ ਵੀ ਮੈਨੂੰ ਗੋਡਿਆਂ ਦੀ ਪ੍ਰੋਬਲਮ ਵੀ ਆ ਗਈ ਸੀਗੀ, ਅਤੇ ਗੋਡਿਆਂ ਦੀ ਮੈਂ ਦੇਸੀ ਦਵਾਈ ਖਾਂਦਾ ਸੀਗਾ।
ਤੇ ਉਰੇ ਆਉਣ ਤੱਕ ਮੈਂ ਖਾ ਹੀ ਰਿਹਾ ਸੀ ਦਵਾਈ, ਉਹਦੇ ਨਾਲ ਰਿਲੀਫ ਰਹਿੰਦਾ ਸੀ ਮੈਨੂੰ ਜੀ। ਕੋਈ ਡਿਪਰੈਸ਼ਨ, ਕੋਈ ਮਾਈਗ੍ਰੇਨ, ਕੋਈ ਇਸ ਤਰ੍ਹਾਂ? ਡਿਪਰੈਸ਼ਨ, ਇੱਕ ਮੈਨੂੰ ਉਦਾਸ ਰਹਿੰਦਾ ਸੀ ਮਨ ਬਹੁਤ, ਬਲੱਡ ਪ੍ਰੈਸ਼ਰ ਦੀ ਵਜ੍ਹਾ ਨਾਲ ਦਿਲ ਨਹੀਂ ਲੱਗਦਾ ਸੀ ਮੇਰਾ, ਤੇ ਮੈਨੂੰ ਉਹੀ ਡਰ ਜਾ ਲੱਗੀ ਜਾਣਾ ਆਪਣੇ ਕੰਮ 'ਚੋਂ ਵੀ ਕਿਤੇ ਉਹ ਗੱਲ ਐ ਨਾ ਹੋ ਜੇ, ਬੇਮਤਲਬ ਡਰ ਲੱਗੀ ਜਾਣਾ ਸੀ ਮੈਨੂੰ ਇਹ ਦਿੱਕਤ ਰਹਿੰਦੀ ਸੀਗੀ ਜੀ। ਤੇ ਜਦੋਂ ਇਹ ਇਦਾਂ ਦਾ ਸਾਰਾ ਸਰੀਰ ਇੱਦਾਂ ਦਾ ਹੋ ਜੇ ਫਿਰ ਕਿੱਦਾਂ ਮਾਹੌਲ ਕਿੱਦਾਂ ਦਾ ਹੁੰਦਾ? ਕਿਉਂਕਿ ਇੱਕ ਬੰਦਾ ਜਿਹੜਾ ਸਾਰੀ ਜ਼ਿੰਦਗੀ ਜਿਹਨੇ ਸਰਵਿਸ ਕੀਤੀ ਹੈ ਉਹ ਇਸ ਤਰ੍ਹਾਂ ਦੇ ਮਾਹੌਲ 'ਚ ਵਿਚਰ ਰਿਹਾ ਹੈ, ਪਰਿਵਾਰ ਦੇ ਵਿੱਚ ਆਉਂਦਾ, ਫਿਰ ਪਰਿਵਾਰ 'ਚ ਕਿਸ ਤਰ੍ਹਾਂ ਦਾ ਮਾਹੌਲ ਬਣ ਗਿਆ? ਪਰਿਵਾਰ ਦੇ ਵਿੱਚ ਤਾਂ ਬਸ ਸਾਰੇ ਨੂੰ ਦੁੱਖ ਤਕਲੀਫਾਂ ਤੁਰੇ ਫਿਰਦੇ ਹਾਂ ਆਪਾਂ ਨੇ, ਬਸ ਇਹੀ ਸੀਗਾ ਵੀ ਹੁਣ ਸਾਰੇ ਘਰਦਿਆਂ ਨੂੰ ਵੀ ਤਕਲੀਫਾਂ ਰਹਿੰਦੀਆਂ ਨੇ, ਮੈਨੂੰ ਵੀ ਤਕਲੀਫਾਂ ਸੀਗੀਆਂ ਜੀ। ਇਹ ਐਂ ਚੱਲੀ ਜਾਂਦਾ ਸੀ ਕੰਮ, ਜ਼ਿੰਦਗੀ ਐਂ ਚੱਲੀ ਜਾਂਦੀ ਸਭ ਦੀ ਜੀ। ਤੇ ਤੁਸੀਂ ਦੱਸ ਰਹੇ ਸੀਗੇ ਕਿ ਤੁਸੀਂ ਜਿਹੜਾ ਉਹ ਤੁਸੀਂ ਤੁਹਾਡਾ ਪ੍ਰਾਈਵੇਟ ਟੈਕਸੀ ਵਗੈਰਾ ਦਾ ਕੰਮ ਵੀ ਹੈਗਾ ਤੁਹਾਡਾ, ਤੇ ਜਦੋਂ ਤੁਸੀਂ ਉਹ ਟੈਕਸੀ ਦਾ ਤੁਹਾਡਾ ਕੰਮ ਹੈਗਾ ਤੇ ਇਹ ਡਰਾਈਵਿੰਗ ਦੇ ਵਿੱਚ ਬਹੁਤ ਬਲੱਡ ਪ੍ਰੈਸ਼ਰ ਨੂੰ ਬੜਾ ਇੱਕ ਅਹਿਮ ਚੀਜ਼ ਮੰਨੀ ਜਾਂਦੀ ਹੈਗੀ ਹੈ। ਉਸ ਦੇ ਵਿੱਚ ਈਵਨ ਦਨ ਕਿ ਇੱਥੋਂ ਤੱਕ ਹੋ ਜਾਂਦਾ ਸੀਗਾ ਕਿ ਬਲੱਡ ਪ੍ਰੈਸ਼ਰ ਜਿਹਦਾ ਵੱਧਦਾ ਘਟਦਾ ਹੋਵੇ ਤਾਂ ਉਹਦਾ ਡਰਾਈਵਿੰਗ ਲਾਇਸੈਂਸ ਵੀ ਜਿਹੜੇ ਡਾਕਟਰ ਰਿਕਮੈਂਡ ਕਰ ਦਿੰਦੇ ਵੀ ਇਹ ਤੂੰ ਡਰਾਈਵ ਨਾ ਕਰ। ਨਹੀਂ, ਮੈਨੂੰ ਦਵਾਈ ਖਾਣ ਤੋਂ ਬਾਅਦ ਕੋਈ ਦਿੱਕਤ ਨਹੀਂ ਰਹਿੰਦੀ ਸੀਗੀ, ਮਤਲਬ ਕੋਈ ਤਕਲੀਫ ਨਹੀਂ ਸੀਗੀ। ਦਵਾਈ ਖਾ ਕੇ ਮੇਨਟੇਨ ਰਹਿੰਦਾ ਸੀ, ਠੀਕ ਰਹਿੰਦਾ ਸੀ ਮੇਰਾ ਜੀ। ਮੈਨੂੰ ਕਦੇ ਡਰਾਈਵਿੰਗ ਕਰਦੇ ਟਾਈਮ ਕੋਈ ਪ੍ਰੋਬਲਮ ਆਈ ਨਹੀਂ ਅੱਜ ਤੱਕ ਜੀ। ਅੱਛਾ, ਤੇ ਕਿੱਦਾਂ ਫਿਰ ਤੁਸੀਂ ਦੱਸ ਰਹੇ ਸੀ ਕਿ ਡਾਕਟਰ ਅਮਰ ਸਿੰਘ ਆਜ਼ਾਦ ਹੋਣਾ ਤੱਕ ਤੁਸੀਂ ਪਹੁੰਚ ਕੀਤੀ, ਉਹ ਕਿੱਦਾਂ ਤੁਹਾਨੂੰ ਪਤਾ ਲੱਗਿਆ? ਸਾਡੇ ਇੱਕ ਰਿਸ਼ਤੇਦਾਰ ਨੇ ਮੇਰੇ ਕੋਲ, ਮੇਰੇ ਜੀਜਾ ਜੀ ਨੇਗੇ, ਉਹਨਾਂ ਦਾ ਕੋਈ ਦੋਸਤ ਸੀ ਕੈਨੇਡਾ ਦੇ ਵਿੱਚ। ਉਹਨਾਂ ਨੇ ਉਹਦਾ 125 ਕਿਲੋ ਵੇਟ ਤੋਂ ਡਾਕਟਰ ਅਮਰ ਸਿੰਘ ਆਜ਼ਾਦ ਦੀ ਟ੍ਰੀਟਮੈਂਟ ਲੈਣ ਤੋਂ ਬਾਅਦ 93 ਤੇ ਆਇਆ ਉਹਨਾਂ ਦਾ ਵੇਟ। ਅੱਛਾ। ਤੇ ਮੇਰੇ ਜੀਜਾ ਜੀ ਕਹਿੰਦੇ ਆਪਾਂ ਵੀ ਚੱਲ ਕੇ ਆਉਣਾ ਹੈ, ਲੇਕਿਨ ਉਹਨਾਂ ਦੇ ਦੱਸਣ ਤੋਂ ਬਾਅਦ ਮੈਂ ਡਾਕਟਰ ਅਮਰ ਸਿੰਘ ਆਜ਼ਾਦ ਦੀਆਂ ਵੀਡੀਓ ਦੇਖਦਾ ਰਿਹਾ, ਡਾਕਟਰ ਵਿਸ਼ਵਰੂਪਰਾ ਦੀਆਂ ਵੀਡੀਓ ਦੇਖਦਾ ਰਿਹਾ, ਡਾਕਟਰ ਖਾਦਰਵਲੀ ਦੀਆਂ ਵੀਡੀਓ ਦੇਖਦਾ ਰਿਹਾ। ਇਹ ਦੇਖਣ ਤੋਂ ਬਾਅਦ ਮੇਰੇ ਜੀਜਾ ਜੀ ਤਾਂ ਜੇ ਬਾਅਦ 'ਚ ਆਏ ਸੀ, ਅਤੇ ਮੈਂ ਉਹਨਾਂ ਤੋਂ 1 ਮਹੀਨਾ ਪਹਿਲਾਂ ਹੀ ਆ ਗਿਆ ਸੀ। ਇੱਥੇ ਆਇਆ ਸੀ ਸਿਰਫ ਮੈਂ ਵੇਟ ਘਟਾਉਣ ਵਾਸਤੇ। ਉਹ ਕਹਿੰਦੇ ਵੇਟ ਹੀ ਕਿੰਨਾ ਵੇਟ? ਮੇਰਾ ਵੇਟ ਸੀ 93 ਜੀ। ਅਤੇ ਇੱਥੇ ਆਉਣ ਤੋਂ ਬਾਅਦ ਮੈਨੂੰ ਇੱਕ ਤਾਂ ਜੀ ਮੇਰਾ ਵੇਟ 93 ਤੋਂ 80 ਕਿਲੋ ਆ ਗਿਆ ਹੁਣ ਤਕਰੀਬਨ। ਅਤੇ 6-7 ਮਹੀਨੇ ਹੋਏ, ਮੈਂ 6 ਅਪ੍ਰੈਲ ਨੂੰ ਆਇਆ ਸੀ ਅਤੇ ਪਹਿਲੀ ਵਾਰੀ 180 ਕਿਲੋ ਆ ਗਿਆ। ਤੁਸੀਂ ਜਦੋਂ ਇੱਥੇ ਆਏ ਸੀਗੇ ਡਾਕਟਰ ਸਾਹਿਬ ਨੂੰ ਆ ਕੇ ਮਿਲੇ, ਤੁਸੀਂ ਕਿੱਦਾਂ ਟ੍ਰੀਟਮੈਂਟ ਸਟਾਰਟ ਕਰਵਾਇਆ? ਤੂੰ ਡਾਕਟਰ ਸਾਹਿਬ ਨੂੰ ਕੀ ਦੱਸਿਆ, ਕਿੱਦਾਂ ਡਾਕਟਰ ਸਾਹਿਬ ਨੇ ਤੁਹਾਨੂੰ ਡਾਇਗਨੋਸ ਕੀਤਾ? ਉਹਨਾਂ ਨੇ ਇਹ ਦੱਸਿਆ ਸੀਗਾ ਵੀ ਜਦੋਂ ਡਾਕਟਰ ਸਾਹਿਬ ਕੋਲ ਜਾਣਾ ਫੋਨ ਕਰਕੇ ਜਾਣਾ ਹੈਗਾ। ਇੱਕ ਜੇ ਤੁਸੀਂ ਕੋਈ ਦਵਾਈ ਖਾਂਦੇ ਹੋ ਤਾਂ ਉਹ ਆਪਦੀ ਦਵਾਈਆਂ ਨਾਲ ਲੈ ਜਾਓ, ਅਤੇ ਉਹ ਦਵਾਈ ਦਾ ਕੋਈ ਡਾਕਟਰ ਦਾ ਪੇਪਰ ਉਹ ਨਾਲ ਲੈ ਜਾਓ। ਉਹ ਮੈਂ ਲੈ ਕੇ ਆਇਆ ਸੀ ਨਾਲ ਜੀ। ਫਿਰ ਡਾਕਟਰ ਸਾਹਿਬ ਨੇ ਸਾਰਾ ਕੁਝ ਚੈੱਕ ਕਰਕੇ ਮੈਨੂੰ ਉਹਨਾਂ ਨੇ ਆਪਣੀ ਡਾਈਟ ਦੱਸੀ ਜੀ, ਜਿਵੇਂ ਫਰੂਟ ਦੱਸਿਆ, ਸਲਾਦ ਦੱਸਿਆ, ਕਾੜੇ ਦੱਸੇ, ਅਤੇ ਨਾਲ ਮੈਨੂੰ ਗੋਡਿਆਂ ਵਾਸਤੇ ਇੱਕ ਉਹਨਾਂ ਨੇ ਇੱਥੋਂ ਦਵਾਈ ਦਿੱਤੀ ਸੀਗੀ, ਮਤਲਬ ਹਫ਼ਤੇ ਬਾਅਦ ਗੋਲੀ ਖਾਣੀ ਸੀ, ਉਹ ਵੀ ਖਾਧੀ ਮੈਂ। ਅਤੇ ਇਹ ਟ੍ਰੀਟਮੈਂਟ ਲੈਂਦੇ ਮੇਰਾ ਜੀ ਪਹਿਲੇ 20 ਦਿਨ ਦੇ ਵਿੱਚ 5 ਕਿਲੋ ਵੇਟ ਘਟ ਗਿਆ ਸੀਗਾ। ਪਹਿਲੇ 20 ਦਿਨਾਂ ਦੇ ਵਿੱਚ 5 ਕਿਲੋ ਵੇਟ ਘਟ ਗਿਆ ਸੀਗਾ। ਅਤੇ ਉਸ ਤੋਂ ਬਾਅਦ ਅੱਜ ਮੇਰਾ ਤਕਰੀਬਨ ਟੋਟਲ 13 kg ਵੇਟ ਘੱਟ ਹੈਗਾ। ਮੈਨੂੰ ਮਨ ਉਦਾਸ ਰਹਿੰਦਾ ਸੀ, ਕਿਤੇ ਦਿਲ ਨਹੀਂ ਲੱਗਦਾ ਸੀਗਾ, ਉਹ ਅੱਜ ਬਿਲਕੁਲ ਠੀਕ ਹੈਗਾ। ਮੇਰੇ ਪੈਰਾਂ ਦੇ ਵਿੱਚ ਫੰਗਲ ਇਨਫੈਕਸ਼ਨ ਕਰਕੇ ਖੁਰਕ ਹੁੰਦੀ ਸੀਗੀ, ਉਹਦੀ ਹਫ਼ਤੇ ਬਾਅਦ ਦਵਾਈ ਖਾਣੀ ਪੈਂਦੀ ਸੀਗੀ ਇੱਕ ਗੋਲੀ, ਉਹ ਉਸੇ ਦਿਨ ਹੀ ਮੈਂ ਬੰਦ ਕਰਤੀ ਸੀ, ਮੁੜ ਕੇ ਨਹੀਂ ਹੋਈ ਮੈਨੂੰ। ਜਿਹੜੀ ਉਹ ਫਲੂਕੈਨਾਜ਼ੋਲ 150 ਲੈਂਦੇ ਸੀਗੇ ਜੇ ਜ਼ਿਆਦਾ ਪਾਊਡਰ? ਨਹੀਂ, ਮੈਨੂੰ ਦਵਾਈ ਦਾ ਨਾਮ ਮੇਰੇ ਯਾਦ ਇਹਦੇ ਵਿੱਚ ਹੁੰਦੀ ਹੈ ਗੋਲੀ ਉਹ। ये आप अगर आएंगे एम्स हॉस्पिटल में, हॉस्पिटल एंड इंस्टीट्यूट ऑफ इंटीग्रल मेडिकल साइंसेज चंडीगढ़ डेरा वसीम हॉस्पिटल है ऑन द मेन हाईवे। अगर आप आते हैं तो यहाँ पे आपको बहुत सारे कैंसर पेशेंट मिलेंगे, एंड स्टेज कैंसर पेशेंट मिलेंगे। एंड सिर्फ फ़र्क ये देखेंगे व्हेन यू कंपेयर दीज पेशेंट्स विद द पेशेंट इन अदर हॉस्पिटल ऑफ सिमिलर काइंड, फ़र्क ये देखेंगे कि ये कंफर्टेबल है। दूसरा फ़र्क ये देखेंगे कि ये आपको लगेगा नहीं कि ये पेशेंट हैं, वो दर्द रहित हैं। कि शुगर बीपी सिर्फ 7 दिन में बिना 1 रुपए की दवाई के 90% लोगों का यहाँ एम्स हॉस्पिटल चंडीगढ़ में भर्ती होकर खाने पीने को ठीक करके रिवर्स किया जा सकता है। सैकड़ों पेशेंट हो चुके हैं। अगर ज़ुबान पे लगाम है तो 3 लोगों से वास्ता नहीं पड़ेगा आपका। खाने के लिए है तो डॉक्टर से वास्ता नहीं पड़ेगा, बोलने के लिए है तो पुलिस और वकील से वास्ता नहीं पड़ेगा, और प्रोफेशनली इन तीनों से वास्ता ना पड़े तो ज़्यादा अच्छा है। दूसरा, दुनिया की कोई भी ऐसी बीमारी नहीं है जो खाने पीने से हो नहीं जाती है और फिर रेगुलेट नहीं हो सकती है। तो ये दोनों बातें वैसे ही चलती हैं। 5 पिलर्स हैं हमारे, 5 पिलर्स: डाइट, मेडिसिनल प्लांट्स, फिजिकल एक्सरसाइज या फिजिकल वर्क, माइंड मैनेजमेंट, और टेकिंग द हेल्प ऑफ वेरियस पैथीज, ऑल द पैथीज। तो ये हम 5 पिलर्स पे काम करते हैं। जब हम इन 5 पिलर्स पे काम करते हैं
तो बॉडी अंदर से जब हील होने लगती है तो थायराइड की समस्या जो अपने आप ही ठीक होने लगती है। चंडीगढ़ में भारत का पहला इंटीग्रेटेड मेडिकल साइंसेज का हॉस्पिटल शुरू किया गया है, जिसका नाम हिम्स रखा गया है, हॉस्पिटल एंड इंस्टीट्यूट ऑफ इंटीग्रेटेड मेडिकल साइंसेज, जहां एलोपैथी, आयुर्वेद, होम्योपैथी, नेचुरोपैथी सब एक ही साथ पेशेंट को ठीक करने के उद्देश्य से काम करती है सारी पैथी। इसमें डॉक्टर विष्णुरूप राय चौधरी, डॉक्टर अमर सिंह आजाद, डॉक्टर अवधेश पांडे, आचार्य मनीष, डॉक्टर खादर फली और इन सब की पूरी नॉलेज, ट्रेनिंग और एजुकेशन को यूज किया जा रहा है। लीवर फेल हो, किडनी खराब हो, हार्ट की प्रॉब्लम हो, जोड़ों का दर्द हो, ऑटो इम्यून डिजीज हो, स्टेज 4 कैंसर हो, कोई भी ऐसी बीमारी जो डॉक्टर ने आपको लाइलाज बताई हो या आपको कोई ऑपरेशन बताया हो, तो आप हिस हॉस्पिटल हिम्स में संपर्क कर सकते हैं और बीमारी की जड़ पर काम कर सकते हैं। रहना, खाना, पीना सब अरेंजमेंट है। अभी भारत में पटियाला में, जीरकपुर, चंडीगढ़, डेराबस्सी और दिल्ली में 14 क्लिनिक शुरू हो चुके हैं, जहां पर सिर्फ खाना पीना और लाइफस्टाइल को ठीक करके बीमारियों को रिवर्स करना सिखाया जाता है। और एक हॉस्पिटल डेराबस्सी जो चंडीगढ़ में है वो शुरू हो चुका है। ये सब हिम्स के नाम से काम कर रहे हैं। तो अगर आप भी किसी गंभीर बीमारी से परेशान हैं तो जल्द संपर्क करें हिम्स हॉस्पिटल चंडीगढ़ में। ਨਹੀਂ ਮੈਨੂੰ ਪੱਤੇ 'ਚ ਹੀ ਦਿੰਦੇ ਸੀ ਡਾਕਟਰ, 4 ਗੋਲੀਆਂ ਦਾ ਪੱਤਾ ਹੁੰਦਾ ਸੀ ਮਿਲਟਰੀ 'ਚ ਦਿੰਦੇ। ਹਾਂਜੀ ਹਾਂ, ਉਹ ਖਾਂਦਾ ਸੀ ਮੈਂ ਜੀ। ਉਹ ਉਦੋਂ ਹੀ ਛੱਡਤੀ ਸੀ ਮੈਂ, ਇਹ ਚੈੱਕ ਕਰਨ ਵਾਸਤੇ ਕਿ ਮੈਨੂੰ ਫਰਕ ਪੈਂਦਾ ਕਿ ਨਹੀਂ, ਤੇ ਮੁੜ ਕੇ ਖੁਰਕ ਨਹੀਂ ਹੋਈ ਮੇਰੇ ਪੈਰਾਂ ਦੇ ਵਿੱਚ ਜੀ। ਤੇ ਇੱਕ ਮੇਰੇ ਮੂੰਹ ਦੇ ਵਿੱਚ ਛਾਲਾ ਹੁੰਦਾ ਸੀਗਾ ਜੀ, ਕਾਲਾ ਕਾਲਾ ਛਾਲਾ ਹੁੰਦਾ ਸੀਗਾ, ਤੇ ਜਦੋਂ ਫੁੱਟ ਜਾਂਦਾ ਸੀ ਫਿਰ ਤਕਲੀਫ ਦਿੰਦਾ ਸੀਗਾ। ਉਹ ਉਰੇ 6 ਅਪ੍ਰੈਲ ਨੂੰ ਆਇਆ ਸੀ, ਉਸ ਤੋਂ ਬਾਅਦ ਮੁੜ ਕੇ ਮੇਰੇ ਮੂੰਹ 'ਚ ਉਹ ਛਾਲਾ ਨਹੀਂ ਹੋਇਆ ਜੀ, ਕਦੀ ਵੀ ਨਹੀਂ ਹੋਇਆ? ਬਿਲਕੁਲ ਨਹੀਂ ਹੋਇਆ ਅਜੇ ਤੱਕ। 7 ਮਹੀਨੇ ਹੋ ਗਏ ਜੀ ਮੈਨੂੰ। ਤੇ ਸਾਹ ਚੜਦਾ? ਸਾਹ ਚੜ੍ਹਦਾ ਬਿਲਕੁਲ ਬੰਦ, ਠੀਕ ਹੈ ਜੀ। ਉਹ ਹੁਣ ਕੋਈ ਸਾਹ ਨਹੀਂ ਚੜ੍ਹਦਾ ਮੇਰਾ। ਮੈਂ ਤੜਕੇ 10 ਕਿਲੋਮੀਟਰ ਸਾਈਕਲ ਚਲਾਉਣਾ। ਪਹਿਲਾਂ ਨਹੀਂ ਸੀ ਚਲਾਉਂਦੇ? ਪਹਿਲਾਂ ਵੀ ਚਲਾਉਂਦਾ ਸੀ, ਉਦੋਂ ਥੋੜ੍ਹਾ ਜਿਹਾ ਸਾਹ ਚੜ੍ਹਦਾ ਸੀ ਨਾ। ਹੁਣ ਕੋਈ ਸਾਹ ਨਹੀਂ ਚੜ੍ਹਦਾ। ਮੈਂ ਚਾਹੇ 4 ਵਾਰ ਪੌੜੀਆਂ ਚੜ੍ਹਨਾ ਜੀ, ਮੇਰਾ ਕੋਈ ਸਾਹ ਨਹੀਂ ਚੜ੍ਹਦਾ। 10 ਕਿਲੋਮੀਟਰ ਸਾਈਕਲ ਚਲਾ ਕੇ ਮੈਂ ਐਕਸਰਸਾਈਜ਼ ਵੀ ਕਰਦਾ 20 ਮਿੰਟ, ਤੇ ਮੈਂ ਬਿਲਕੁਲ ਫਿੱਟ ਹਾਂ ਅੱਜ। ਮਤਲਬ ਹੁਣ ਤੁਹਾਨੂੰ ਕੋਈ ਪ੍ਰੋਬਲਮ ਕਿਸੇ ਤਰੀਕੇ ਦੀ ਹੈ ਨਹੀਂ? ਗੋਡਿਆਂ ਦੀ ਥੋੜ੍ਹੀ ਬਹੁਤੀ ਹੈ ਜੀ, ਮਤਲਬ 100% ਕਿਉਰ ਨਹੀਂ ਹੋਈ। ਜੇ ਗੱਲ ਕਰੀ ਵੀ 60-70% ਕਿਉਰ ਹੋ ਗਈ ਇਹ, ਉਹ ਵੀ ਦਵਾਈ ਤੋਂ ਬਿਨਾਂ। ਮਤਲਬ ਕੀ ਹੈ ਜੀ ਗਿੱਦੜ ਸਿੰਘੀ ਦਿੱਤੀ ਡਾਕਟਰ ਸਾਹਿਬ ਨੇ ਤੁਹਾਨੂੰ ਵੀ ਜਿਹੜਾ ਤੁਸੀਂ ਠੀਕ ਹੋ ਕੇ ਬਿਨਾਂ ਦਵਾਈ ਤੋਂ? ਨਹੀਂ, ਜੋ ਡਾਈਟ ਦੱਸਦੇ ਨੇ ਜੀ, ਆਪਣੇ ਫਰੂਟ ਖਾਣਾ ਸਵੇਰੇ, ਦੁਪਹਿਰ ਨੂੰ ਖਾਣੇ ਤੋਂ ਪਹਿਲਾਂ ਸਲਾਦ ਖਾਣਾ, ਸ਼ਾਮ ਨੂੰ ਖਾਣੇ ਤੋਂ ਪਹਿਲਾਂ ਸਲਾਦ ਖਾਣਾ ਹੈਗਾ, ਤੇ ਖਾਣੇ ਦੀ ਜਗ੍ਹਾ ਮਿਲਟਸ ਖਾਣੇ ਨੇ ਜਿਹੜੇ ਸਾਊਥ ਦੇ ਵਿੱਚ ਹੁੰਦੇ ਨੇ, ਕਿ 5 ਕਿਸਮ ਦੇ ਅਨਾਜ ਨੇ ਇਹ, ਤੇ ਇਹ ਖਾਣੇ ਨੇ 2 ਟਾਈਮ। ਸਵੇਰੇ ਬ੍ਰੇਕਫਾਸਟ ਨਹੀਂ ਕਰਨਾ ਹੈਗਾ। ਅੱਛਾ, ਜਦੋਂ ਡਾਕਟਰ ਸਾਹਿਬ ਕੋਲ ਤੁਸੀਂ ਆਏ ਸੀਗੇ ਉਦੋਂ ਕਦੇ ਪਹਿਲਾਂ ਇਹ ਮਿਲਟਸ ਬਾਰੇ ਸੁਣਿਆ ਸੀਗਾ? ਨਹੀਂ ਸੁਣਿਆ ਸੀਗਾ ਜੀ, ਕੋਦਰੇ ਦਾ ਨਾਂ ਸੁਣਿਆ, ਸਿਰਫ 4 ਮਿੰਟਸ ਬਾਰੇ ਨਹੀਂ ਸੁਣਿਆ ਸੀਗਾ। ਅੱਛਾ, ਜਿਹੜੀ ਵੀਡੀਓ ਤੁਸੀਂ ਗੱਲ ਕਰ ਰਹੇ ਸੀ, ਵੀਡੀਓ ਦੇਖ ਕੇ ਤੁਸੀਂ ਡਾਕਟਰ ਸਾਹਿਬ ਕੋਲ ਆਏ, ਉਹ ਕਿਹੜੀਆਂ ਵੀਡੀਓ ਤੁਸੀਂ ਦੇਖੀਆਂ ਸੀਗੀਆਂ? ਜਿੰਨੀਆਂ ਵੀ ਇਹਨਾਂ ਦੀ ਡਾਕਟਰ ਅਮਰ ਸਿੰਘ ਆਜ਼ਾਦ ਭਰ ਕੇ ਆਪਾਂ ਜਿਹੜੀ ਵੀਡੀਓ ਨਿਕਲਦੀ ਨੇ, ਕਿਸੇ ਵੀ ਕਿਸਮ ਦੀ ਵੀਡੀਓ ਹੈਗੀ, ਉਹ ਜ਼ਿਆਦਾਤਰ ਤੁਹਾਡੇ ਨਾਲ ਹੀ ਉਹਨਾਂ ਦੇ ਮੈਂ ਵੀਡੀਓ ਦੇਖੀਆਂ ਨੇਗੀਆਂ। ਇੱਥੇ ਬਹਿ ਕੇ ਹੁੰਦੀਆਂ ਸੀ ਉਦੋਂ, ਤੇ ਉਹ ਸਾਰੀਆਂ ਦੇਖ ਕੇ ਮੈਨੂੰ ਮਤਲਬ ਸਮਝ ਆਈ, ਤਾਂ ਫਿਰ ਆਪਾਂ ਇੱਥੇ ਆਏ ਜੀ। ਅੱਛਾ, ਤੇ ਜਦੋਂ ਤੁਸੀਂ ਉਹ ਅਨਾਜ ਤੁਸੀਂ ਲੈ ਕੇ ਗਏ ਇੱਥੋਂ, ਤਾਂ ਅਨਾਜ ਲਿਜਾਣ ਤੋਂ ਬਾਅਦ ਪਹਿਲੀ ਵਾਰ ਤਾਂ ਤੁਹਾਨੂੰ ਇਹ ਲਗਾਉਣਾ ਵੀ ਇਹਦਾ ਕੀ ਕਰਾਂ, ਮੈਂ ਕਿਵੇਂ ਕਰਾਂ ਇਹਦਾ? ਨਹੀਂ, ਸਮਝਾਇਆ ਸੀਗਾ ਜੀ ਉਹਨਾਂ ਨੇ ਕਿਹਾ ਪਹਿਲਾਂ ਨੂੰ 5-7 ਘੰਟੇ ਭਿਉਣਾ ਹੈਗਾ, ਫਿਰ ਇਸ ਨੂੰ ਚੌਲਾਂ ਵਾਂਗੂ ਪਕਾਉਣਾ ਹੈਗਾ, ਫਿਰ ਤੁਸੀਂ ਦਾਲ ਸਬਜ਼ੀ 'ਚ ਪਾ ਕੇ ਖਾ ਸਕਦੇ ਹੋ, ਜਾਂ ਫਿਰ ਤੜਕਾ ਲਾ ਕੇ ਖਾ ਸਕਦੇ ਹੋ ਇਸ ਨੂੰ ਜੀ। ਜਦੋਂ ਪਹਿਲੀ ਵਾਰੀ ਖਾਣ ਦੀ ਵਾਰੀ ਆਈ ਹੋਣੀ, ਉਦੋਂ ਸਵਾਦ ਲੱਗਿਆ ਸੀ ਜਾਂ ਬੇਸਵਾਦ? ਸਵਾਦ ਤਾਂ ਹੁਣ ਵੀ ਲੱਗਦੇ ਨੇ, ਉਦੋਂ ਵੀ ਲੱਗੇ ਸੀ ਸਵਾਦ, ਪਰ ਫਿਰ ਆਪਣਾ ਹੌਲੀ ਰੋਟੀ ਤੋਂ ਮੋਹ ਭੰਗ ਨਹੀਂ ਹੁੰਦਾ ਜੀ। ਰੋਟੀ ਖਾਣ ਨੂੰ ਦਿਲ ਕਰਦਾ, ਹਾਲੇ ਵੀ ਕਰਦਾ ਹੈਗਾ, ਪਰ ਜੇ ਕਣਕ ਤੇ ਚੌਲ ਤਾਂ ਬਿਲਕੁਲ ਹੀ ਖਾਂਦੇ ਨਹੀਂ ਹਾਂਗੇ। ਜੇ ਖਾਣੀ ਹੈ ਕਦੇ ਮੱਕੀ ਦੀ ਰੋਟੀ ਜਾਂ ਵਿੱਚ ਜੌਆਂ ਦਾ ਆਟਾ ਮਿਲਾ ਕੇ ਮਿਕਸ ਕਰਕੇ, ਜਾਂ ਮਿਲਟਸ ਦਾ ਆਟਾ ਹੀ ਮਿਲਦਾ ਉਹ ਵੀ ਮਿਕਸ ਕਰਕੇ ਕਦੇ ਕਦੇ ਹੀ ਖਾਈਂਦੇ ਉਹ, ਅਦਰਵਾਈਜ਼ ਨਹੀਂ। ਬਾਕੀ ਉਹਨਾਂ ਨੇ ਕਾੜੇ ਦੱਸਿਆ ਸੀ ਪੀਣ ਵਾਸਤੇ, ਉਹ ਕਾੜੇ ਵੀ ਪੀਣੇ, ਅੱਜ ਵੀ ਪੀਣਾ ਕਾੜੇ ਉਹ। ਤੇ ਥੋੜ੍ਹਾ ਜਿਹਾ ਸਾਨੂੰ ਸਾਡੇ ਦਰਸ਼ਕਾਂ ਨੂੰ ਇਹ ਦੱਸੋ ਕਿ ਜਿਹੜੀਆਂ ਤੁਹਾਡੀਆਂ ਪ੍ਰੋਬਲਮ ਸੀਗੀਆਂ, ਉਹਦੇ ਵਿੱਚ ਤੁਸੀਂ ਦਿਨਚਰਿਆ ਹੁਣ ਡਾਕਟਰ ਸਾਹਿਬ ਦੇ ਅਨੁਸਾਰ ਕੀ ਅਪਣਾ ਰਹੇ ਹੋ? ਕਿੱਦਾਂ, ਕਿਹੜੀ ਸਵੇਰੇ ਉੱਠਣ ਤੋਂ ਲੈ ਕੇ ਰਾਤ ਸੌਣ ਤੱਕ ਕਿੱਦਾਂ ਕੀ ਡਾਈਟ ਦਾ ਤੁਸੀਂ? ਮੈਂ ਸਵੇਰੇ ਉੱਠਦਾਗਾ ਜੀ 5 ਵਜੇ, ਤੇ ਮੈਂ ਜਿਹੜੇ ਮੈਨੂੰ ਕਾੜੇ ਦੱਸੇ ਉਹਨੇ 7 ਤਰ੍ਹਾਂ ਦੇ ਪੱਤਿਆਂ ਦੇ ਵਿੱਚ, ਮੇਥੀ ਵੀ ਹੋ ਗਿਆ, ਆਪਣਾ ਕੜੀ ਪੱਤਾ ਵੀ ਹੋ ਗਿਆ, ਤੇ ਜਾਮਣ ਵੀ ਹੋ ਗਿਆ, ਅਮਰੂਦ ਵੀ ਹੋ ਗਿਆ। ਜਿਹੜਾ ਪੱਤਾ ਮੈਨੂੰ ਅਵੇਲੇਬਲ ਜਾਂ ਮੈਂ ਲਿਆ ਕੇ ਰੱਖ ਲੈਣਾ ਸ਼ਾਮ ਨੂੰ, ਉਹਦਾ ਮੈਂ ਸਵੇਰੇ ਕਾੜਾ ਪੀਂਦਾ ਜੀ। ਕਾੜੇ ਪੀਣ ਤੋਂ ਬਾਅਦ ਮੈਂ ਆਪਣਾ ਸੈਰ 'ਤੇ ਜਾਂਦਾ ਗਾ। ਵਾਪਸ ਆ ਕੇ ਤਾਂ ਬਲੈਕ ਟੀ ਪੀਣਾ। ਫਿਰ ਮੈਂ ਇਹਨਾਂ ਨੇ ਕਿਹਾ ਵੀ ਦੂਜੀ ਚਾਹ ਨਹੀਂ ਪੀਣੀ, ਬਲੈਕ ਟੀ ਪੀਣੀ ਹੈਗੀ। ਉਹ ਪੀਣ ਤੋਂ ਬਾਅਦ ਆਪਣਾ ਨਹਾ ਧੋ ਕੇ ਬ੍ਰੇਕਫਾਸਟ ਦੀ ਜਗ੍ਹਾ 9 ਵਜੇ ਤੋਂ ਬਾਅਦ ਮੇਰਾ ਜੇ 80 ਕਿਲੋ ਵਜਨ ਹੈ, ਪਹਿਲਾਂ 90 ਮੈਂ 900 ਗ੍ਰਾਮ ਖਾਂਦਾ ਸੀ, ਹੁਣ ਮੈਂ 800 ਗ੍ਰਾਮ ਫਰੂਟ ਖਾਂਦਾ, ਜਿਹੜਾ ਛਿਲਕਾ ਅਤੇ ਗੁਠਲੀ ਕੱਢ ਕੇ ਆਪਣੇ ਪੇਟ ਦੇ ਵਿੱਚ ਜਾਣਾ ਵੇਟ ਕਰਕੇ। ਅਤੇ ਦੁਪਹਿਰ ਨੂੰ
400 ਗ੍ਰਾਮ ਸਲਾਦ ਖਾਣਾ, ਫਿਰ ਮਿਲਟਸ ਖਾਣਾ, ਸ਼ਾਮ ਨੂੰ 400 ਗ੍ਰਾਮ ਸਲਾਦ ਫਿਰ ਤੇ ਮਿਲਟਸ, ਤੇ ਔਰ ਸ਼ਾਮ ਨੂੰ ਚਾਹ ਦੀ ਥਾਵੇਂ ਕਾੜਾ। ਇਹ ਮੇਰੀ ਦਿਨਚਰਿਆ ਜੀ। ਤੇ ਕੁਝ ਹੋਰ ਜਿਹੜਾ ਡਰਾਈ ਫਰੂਟ ਵਗੈਰਾ ਜਾਂ ਕੁਝ ਜੂਸ ਵਗੈਰਾ ਕੁਝ? ਡਰਾਈ ਫਰੂਟ ਇਹਨਾਂ ਨੇ ਕਿਹਾ ਕਿ ਖਾ ਸਕਦੇ ਹੋ ਤੁਸੀਂ, ਜੂਸ ਨਾਰੀਅਲ ਪਾਣੀ ਪੀ ਸਕਦੇ ਹੋ, ਆਪਣਾ ਫਰੂਟ ਜੂਸ ਲੈ ਸਕਦੇ ਹੋਗੇ। ਵੈਸੇ ਤਾਂ ਜਿੰਨੇ ਡਾਕਟਰ ਸਾਹਿਬ ਨੇ ਡਾਈਟ ਦੱਸੀ ਤਿੰਨੇ ਡੰਗਾਂ ਦੀ, ਫਰੂਟ, ਸਲਾਦ, ਮਿਲਟਸ ਸਵੇਰੇ ਸ਼ਾਮ, ਤੇ ਇਹ ਤੋਂ ਬਿਨਾਂ ਹੋਰ ਕੁਝ ਖਾਣ ਨੂੰ ਇਹਦਾ ਭੁੱਖ ਵੀ ਨਹੀਂ ਲੱਗਦੀ ਹੈਗੀ, ਠੀਕ ਰਹਿੰਦਾ ਹੈਗਾ ਜੀ। ਬਾਅਦ ਤੁਸੀਂ ਨਾਰੀਅਲ ਗਿਰੀ ਖਾ ਸਕਦੇ ਹੋਗੇ ਜੀ, ਡਰਾਈ ਫਰੂਟ ਖਾ ਸਕਦੇ ਹੋਗੇ, ਉਹ ਕੋਲੇ ਰੱਖ ਕੇ ਜ਼ਰੂਰਤ ਮੁਤਾਬਕ ਉਹ ਵੀ ਖਾ ਲੈਂਦੇ ਨੇ। ਅੱਛਾ, ਤੁਸੀਂ ਜਦੋਂ ਇਹ ਬੜੇ ਲੰਮੇ ਸਮੇਂ ਤੋਂ ਤੁਸੀਂ ਇਹ ਕੰਮ ਕਰ ਰਹੇ ਸੀਗੇ, ਇਸ ਪ੍ਰੋਬਲਮ ਦੇ ਨਾਲ ਤੁਸੀਂ ਜੂਝ ਰਹੇ ਸੀ ਬੜੇ ਲੰਮੇ ਸਮੇਂ, ਪਰਿਵਾਰ ਦੇ ਵਿੱਚ ਵੀ ਇੱਕ ਮਾਹੌਲ ਸੀਗਾ ਵੀ ਤੁਸੀਂ ਠੀਕ ਨਹੀਂ ਹੋ ਪਾ ਰਹੇ, ਤੁਹਾਡੇ ਰਿਸ਼ਤੇਦਾਰਾਂ ਨੂੰ ਵੀ ਪਤਾ ਹੋਏਗਾ ਵੀ ਇਸ ਵਜ੍ਹਾ ਦੇ ਕਰਕੇ ਜਿਹੜਾ ਇਹਨਾਂ ਨੂੰ ਨੌਕਰੀ ਤੋਂ ਵੀ ਪਹਿਲਾਂ ਰਿਟਾਇਰਮੈਂਟ ਲੈਣੀ ਪੈ ਗਈ, ਤੇ ਜਦੋਂ ਹੁਣ ਤੁਸੀਂ ਬਿਨਾਂ ਦਵਾਈ ਤੋਂ ਠੀਕ ਹੋਏ ਹੋ, ਕਿੱਦਾਂ ਦਾ ਮੈਸੇਜ ਗਿਆ ਉਹਨਾਂ ਨੂੰ ਸਾਰਿਆਂ ਨੂੰ? ਮੈਸੇਜ ਠੀਕ ਹੈ ਦੱਸਦੇ ਉਹਨਾਂ ਸਾਰਿਆਂ ਨੂੰ ਜੀ। ਕੁਛ ਆਏ ਵੀ ਨੇ ਇੱਥੇ ਮੇਰੇ ਕਹਿਣ ਤੋਂ ਬਾਅਦ, ਮੇਰੇ ਇੱਕ ਦੋ ਰਿਸ਼ਤੇਦਾਰ ਆਏ ਵੀ ਨੇਗੇ, ਉਹ ਅੱਗੇ ਉਹ ਵੀ ਦੱਸਦੇ ਨੇ ਫਰਕ ਪਿਆ ਉਹਨਾਂ ਨੂੰ, ਕਾਫੀ ਚੀਜ਼ਾਂ ਨੂੰ ਫਰਕ ਪਿਆ ਉਹਨਾਂ ਨੂੰ ਵੀ। ਉਹਨਾਂ ਦੀ ਹੁਣ ਮੇਰੀ ਇੱਕ ਚੀਜ਼ ਇਹ ਵੀ ਪ੍ਰੋਬਲਮ ਹੱਲ ਹੋਈ, ਮੈਂ ਗੋਡੇ ਖੜੇ ਕਰਕੇ ਪਾਠ ਕਰਦਾ ਸੀ, ਮੈਂ ਲੰਗਰ ਛਕਣਾ ਤਾਂ ਮੈਨੂੰ ਇੱਕ ਗੋਡਾ ਖੜਾ ਹੀ ਰੱਖਣਾ ਪੈਂਦਾ ਸੀਗਾ, ਪਰ ਹੁਣ ਮੇਰੀ ਚੌਂਕੜੀ ਵੱਜਣ ਲੱਗੀ, ਚੌਂਕੜੀ ਵੱਜ ਕੇ ਪਾਠ ਹੋ ਜਾਂਦਾ ਮੇਰਾ ਜੀ। ਤੇ ਪਰਿਵਾਰ ਜਿਹੜਾ ਮਿਲਟਸ ਤੁਸੀਂ ਖਾ ਰਹੇ ਹੋ, ਇਹ ਪੂਰਾ ਪਰਿਵਾਰ ਖਾ ਰਿਹਾ ਜਾਂ ਇਕੱਲੇ ਤੁਸੀਂ ਖਾ ਰਹੇ ਹੋ? ਕਿਉਂਕਿ ਮੰਨਦਾ ਨਹੀਂ ਹੁੰਦਾ ਪਰਿਵਾਰ। ਸ਼ੁਰੂ 'ਚ ਤਾਂ ਮੈਂ ਖਾ ਰਿਹਾ ਸੀਗਾ ਜੀ, ਤੇ ਮੈਨੂੰ ਸਗੋਂ ਮਖੌਲ ਕਰਦੇ ਸੀਗੇ ਵੀ ਤੂੰ ਜਿਹੜੀ ਵੀ ਚੀਜ਼ ਦਾ ਤੈਨੂੰ ਪਤਾ ਲੱਗ ਜਾਂਦਾ ਨਵੀਂ, ਤੂੰ ਉਸੇ ਚੀਜ਼ ਨੂੰ ਫਾਲੋ ਕਰ ਦਾਂਗਾ, ਵੀ 4 ਦਿਨ ਬਾਅਦ ਤੈਨੂੰ ਕਣਕ ਦੀ ਰੋਟੀ ਖਾਂਦੇ ਦਿਖਾਵਾਂਗੇ। ਅੱਜ 7 ਮਹੀਨੇ ਹੋ ਗਏ ਮੈਂ ਕਣਕ ਦੀ ਰੋਟੀ ਵੱਲ ਨਹੀਂ ਗਿਆ। ਮੇਰੀ ਵਾਈਫ, ਮੇਰੀ ਬੇਟੀ, ਉਹ ਮੇਰੇ ਵੱਲ ਆ ਗਏ ਜੀ। ਉਹ ਫਰੂਟ ਵੀ ਖਾਂਦੇ ਨੇਗੇ, ਮਿਲਟਸ ਵੀ ਖਾਂਦੇ ਨੇ, ਸਲਾਦ ਵੀ ਖਾਂਦੇ ਨੇ। ਮਤਲਬ ਤੁਸੀਂ ਉਹਨਾਂ ਨੂੰ ਤੁਸੀਂ ਚੇਂਜ ਕਰ ਲਿਆ? ਨਾ, ਮੈਨੂੰ ਦੇਖ ਕੇ ਮੈਂ ਨਹੀਂ ਚੇਂਜ ਕੀਤਾ ਉਹਨੇ, ਮੇਰੇ ਕਿਸੇ ਤੋਂ ਆਏ ਨਹੀਂ ਹੈਗੇ ਉਹ। ਜਦੋਂ ਮੇਰੇ 'ਚ ਫਰਕ ਲੱਗਿਆ, ਮੇਰਾ ਵੇਟ ਘਟਿਆ, ਮੇਰਾ ਸਾਰੀ ਚੀਜ਼ ਦਾ, ਮੇਰੀ ਦਵਾਈ ਬੰਦ ਹੋਈ, ਫਿਰ ਦੇਖ ਕੇ ਇੱਧਰ ਆਏ ਨੇ ਮੇਰੇ ਵੱਲ ਉਹ ਜੀ। ਉਹਨਾਂ ਨੂੰ ਕੋਈ ਪ੍ਰੋਬਲਮ ਸੀ? ਉਹਨਾਂ ਨੂੰ ਵੀ ਠੀਕ ਹੋਈ? ਉਹਨਾਂ ਨੂੰ ਬੀਪੀ ਦੀ, ਸ਼ੂਗਰ ਦੀ ਪ੍ਰੋਬਲਮ ਸੀਗੀ, ਦਵਾਈ ਨਹੀਂ ਖਾ ਰਹੇ ਜੇ ਉਹ, ਪਰ ਸ਼ੂਗਰ ਥੋੜ੍ਹੀ ਜਿਹੀ ਜ਼ਿਆਦਾ ਹੀ ਰਹਿੰਦੀ ਹੈਗੀ, ਤੇ ਉਹਨਾਂ ਨੂੰ ਵੀ ਲੈ ਕੇ ਆਉਣਾ ਇੱਥੇ ਇੱਕ ਵਾਰ ਜੀ ਉਹਨਾਂ ਨੂੰ। ਯਕੀਨ ਆ ਗਿਆ ਹੁਣ ਉਹਨਾਂ ਨੂੰ? ਹਾਂ, ਯਕੀਨ ਆ, ਤਾਂ ਹੀ ਉਹ ਖਾਂਦੇ ਨੇਗੇ। ਜੇ ਮੈਂ ਕਦੇ ਕਹਿ ਦੂੰ ਵੀ ਅੱਜ ਮੱਕੀ ਦੀ ਰੋਟੀ ਬਣਾ ਲਓ, ਵੀ ਨਹੀਂ ਮਿਲਟ ਹੀ ਖਾਣੇ ਨੇਗੇ, ਡਾਕਟਰ ਸਾਹਿਬ ਨੇ ਕਹਿੰਦਾ ਮਿਲਟ ਹੀ ਖਾਣੇ ਨੇ, ਇਹ ਗੱਲ ਕਹਿੰਦੇ ਨੇ ਉਹ ਜੀ। ਜਿਹੜੇ ਤੁਹਾਨੂੰ ਤੁਸੀਂ ਕਹਿ ਰਹੇ ਵੀ ਰਿਸ਼ਤੇਦਾਰਾਂ ਨੂੰ ਮੈਸੇਜ ਗਿਆ, ਉਹਨਾਂ ਨੇ ਵੀ ਫਿਰ ਚੇਂਜ ਕਰ ਲਿਆ ਉੱਥੇ ਆ ਕੇ? ਹਾਂਜੀ, ਉਹਨਾਂ ਨੇ ਕਰਿਆ ਹੈਗਾ ਜੀ, ਇੱਕ ਦੋ ਰਿਸ਼ਤੇਦਾਰਾਂ ਨੇ ਕਰਿਆ ਹੈਗਾ। ਮੇਰੇ ਜੀਜਾ ਜੀ ਮੈਨੂੰ, ਉਹਨਾਂ ਨੂੰ ਬਾਅਦ 'ਚ ਲੈ ਕੇ ਆਇਆ ਮੈਂ ਇੱਥੇ, ਸਿਸਟਰ ਹੈ ਮੇਰੀ, ਉਹ ਜੀਜਾ ਜੀ ਦੇ ਵੀ ਸਟੰਟ ਪਿਆ ਸੀ, ਬੀਪੀ ਦੀ ਪ੍ਰੋਬਲਮ ਸੀਗੀ। ਸਿਸਟਰ ਦਾ ਵੇਟ ਵੱਧ ਸੀ, ਇੱਕ ਬੀਪੀ ਦੀ ਗੋਲੀ ਖਾਂਦੇ ਸੀ, ਵੇਟ ਠੀਕ ਹੋਈ, ਉਹਨਾਂ ਦੀ ਬੀਪੀ ਦੀ ਦਵਾਈ ਬੰਦ ਹੋਈ ਹੈਗੀ। ਜਿਹੜੇ ਤੁਸੀਂ ਪਹਿਲਾਂ ਦਵਾਈਆਂ ਖਾਧੀਆਂ, ਇੰਨੇ ਸਾਲ ਤੁਸੀਂ ਦਵਾਈਆਂ ਖਾਧੀਆਂ, ਉਹਦਾ ਕੋਈ ਸਾਈਡ ਇਫੈਕਟ ਵੀ ਨਿਕਲਿਆ? ਕੁਦਰਤੀ ਸਾਈਡ ਇਫੈਕਟ ਤਾਂ ਬਚ ਰਹੇ ਜੀ, ਉਹ ਨਹੀਂ ਹੋਇਆ। ਵੈਸੇ ਜੇ ਹੁਣ ਹੋਰ ਖਾਂਦੇ ਨੇ ਸ਼ਾਇਦ ਹੋ ਜਾਂਦਾ, ਤਕਰੀਬਨ ਠੀਕ ਬਚੇ ਰਹੇ ਉਸ ਚੀਜ਼ ਤੋਂ ਜੀ। ਚਲੋ ਤੁਸੀਂ ਤਾਂ ਹੋ ਗਏ ਠੀਕ, ਪਰ ਜਿਹੜੇ ਬੰਦੇ ਤੁਹਾਨੂੰ ਦੇਖ ਰਹੇ ਨੇ ਤੇ ਤੁਹਾਨੂੰ ਦੇਖ ਕੇ ਉਹਨਾਂ ਦੇ ਅੰਦਰ ਉਤਸ਼ਾਹ ਪੈਦਾ ਹੋਇਆ ਵੀ ਜੀ ਠੀਕ ਹੋ ਸਕਦਾ ਤੇ ਅਸੀਂ ਵੀ ਹੋ ਸਕਦਾ, ਕੀ ਕਹਿਣਾ ਚਾਹੋਗੇ? ਮੈਂ ਤਾਂ ਇਹ ਕਹੂੰਗਾ ਜੀ, ਜਿਵੇਂ ਆਪਾਂ ਡਾਕਟਰਾਂ ਨੂੰ ਕਹਿੰਦੇ ਵੀ ਡਾਕਟਰ ਦੂਜਾ ਰੱਬ ਹੁੰਦੇ ਨੇਗੇ, ਪਰ ਜੇ ਆਪਾਂ ਐਲੋਪੈਥੀ ਜਾਂ ਹੌਸਪੀਟਲ ਦੇ ਕੀਤਾ ਰੱਬ ਵਾਲਾ ਕੰਮ ਤਾਂ ਖਤਮ ਹੋ ਗਿਆ ਅੱਜ ਕੱਲ੍ਹ। ਤੇ ਉਹਦੀ ਵਜ੍ਹਾ ਨਾਲ ਮੈਂ ਅੱਜ ਡਾਕਟਰ ਅਮਰ ਸਿੰਘ ਆਜ਼ਾਦ ਦਾ ਬਹੁਤ ਬਹੁਤ ਧੰਨਵਾਦ ਕਰਦਾ ਜੀ। ਤੇ ਜੇ ਰੱਬ ਦੀ ਗੱਲ ਕਰੀ, ਡਾਕਟਰ ਸਾਹਿਬ ਤਾਂ ਅਮਰ ਸਿੰਘ ਆਜ਼ਾਦ ਇੱਕ ਤਰ੍ਹਾਂ ਦੇ ਸਾਡੇ ਵਾਸਤੇ ਰੱਬ ਬਣ ਕੇ ਬੌੜੇ ਨੇ ਜੀ। ਤੇ ਮੈਂ ਬਹੁਤ ਬਹੁਤ ਧੰਨਵਾਦ ਕਰਦਾ। ਹੋਰ ਵੀ ਜਿਨ੍ਹਾਂ ਨੂੰ ਕੋਈ ਪ੍ਰੋਬਲਮ ਨੇ ਉਹ ਇੱਥੇ ਆਉਣ ਤੇ ਆਪਣਾ ਦਿਖਾਉਣ ਤੇ ਉਹ ਠੀਕ ਹੋ ਕੇ ਜਾਣ ਇੱਥੋਂ ਜੀ। ਬਹੁਤ ਧੰਨਵਾਦ ਤੁਸੀਂ ਬੜੇ ਵਿਸਥਾਰ ਦੇ ਨਾਲ ਆਪਣੇ ਨਿੱਜੀ ਜਿਹੜੀ ਤੁਹਾਡੇ ਜਿਹੜੀਆਂ ਪ੍ਰੋਬਲਮਸ ਆਈਆਂ, ਨਿੱਜੀ ਤੁਹਾਡਾ ਜਿਹੜਾ ਹੱਡ ਬੀਤੀ ਜਿਹੜੀ ਉਹ ਤੁਸੀਂ ਸਾਡੇ ਦਰਸ਼ਕਾਂ ਨਾਲ ਸਾਂਝੀ ਕੀਤੀ। ਤੁਹਾਡਾ ਬਹੁਤ ਬਹੁਤ ਥੈਂਕ ਯੂ। ਸਤਿ ਸ਼੍ਰੀ ਅਕਾਲ ਜੀ। ਸੋ ਇਹ ਸਨ ਇੱਕ ਅਜਿਹੇ ਮਹਿਮਾਨ ਜਿਨ੍ਹਾਂ ਦੇ ਨਾਲ ਇਹ ਜੋ ਕੁਝ ਵੀ ਬੀਤੀ ਹੈ ਤੁਹਾਡੇ ਸਾਹਮਣੇ ਰੱਖੀ ਹੈ। ਕਿਸ ਤਰੀਕੇ ਦੇ ਨਾਲ ਇਹਨਾਂ ਨੂੰ ਬੀਪੀ ਸੀਗਾ, ਜਿਵੇਂ ਇੱਕ ਕਹਿ ਦਿੰਦਾ ਨਾ ਵੀ ਧੱਕੇ ਨਾਲ ਹੀ ਸਟੰਟ ਪਾਤਾ, ਸਟੰਟ ਪੈ ਗਿਆ ਇਹਨਾਂ ਦਾ। ਸਟੰਟ ਪੈਣ ਤੋਂ ਬਾਅਦ ਵੀ ਇਹਨਾਂ ਨੂੰ ਕੋਈ ਆਰਾਮ ਨਹੀਂ ਆਇਆ। ਇਸ ਕਰਕੇ ਕਿਹਾ ਜਾ ਰਿਹਾ ਕਿ ਆਰਾਮ ਨਹੀਂ ਆਇਆ, ਉਹ ਸਾਹ ਜਿਹੜਾ ਚੜ੍ਹਦਾ ਸੀ ਉਸੇ ਤਰ੍ਹਾਂ ਚੜ੍ਹਦਾ ਰਿਹਾ, ਬੀਪੀ ਦੀ ਪ੍ਰੋਬਲਮ ਉਸੇ ਤਰ੍ਹਾਂ ਰਹੀ। ਉਸ ਤੋਂ ਬਾਅਦ ਇਹਨਾਂ ਨੂੰ ਇਸ ਤੋਂ ਇਲਾਵਾ ਇਹਨਾਂ ਨੂੰ ਜਿਹੜਾ ਉਹ ਨੌਕਰੀ ਵੀ ਜਿਹੜੀ ਆ 5 ਸਾਲ ਦੀ ਨੌਕਰੀ ਵੀ ਗਵਾਉਣੀ ਪੈ ਗਈ। ਇਹਨਾਂ ਦੀ ਅਜਿਹੀ ਪ੍ਰੋਬਲਮ ਸੀਗੀ ਬੀਪੀ ਦੀ, ਐਕਸ ਸਰਵਿਸਮੈਨ ਇਹਨਾਂ ਨੂੰ ਕਰਾਰ ਦੇ ਦਿੱਤਾ ਗਿਆ। ਉਸ ਤੋਂ ਬਾਅਦ ਇਹਨਾਂ ਨੂੰ ਗੋਡਿਆਂ ਦੀ ਪ੍ਰੋਬਲਮ ਸੀ, ਇਹਨਾਂ ਨੂੰ ਮਾਈਗ੍ਰੇਨ, ਇਹਨਾਂ ਨੂੰ ਜਿਹੜਾ ਉਹ ਇੱਕ ਦਿਮਾਗ 'ਤੇ ਬੋਝ ਰਹਿੰਦਾ ਸੀਗਾ, ਪੈਰਾਂ 'ਚ ਫੰਗਸ ਸੀਗੀ। ਉਹ ਸਾਰਾ ਦਾ ਸਾਰਾ ਜਦੋਂ ਡਾਕਟਰ ਅਮਰ ਸਿੰਘ ਆਜ਼ਾਦ ਹੋਣਾ ਦੇ ਨਾਲ ਇਹਨਾਂ ਨੇ ਮੁਲਾਕਾਤ ਕੀਤੀ ਤੇ ਮੁਲਾਕਾਤ ਕਰਨ ਤੋਂ ਬਾਅਦ ਜਦੋਂ ਇਲਾਜ ਸ਼ੁਰੂ ਕੀਤਾ ਤਾਂ ਚਮਤਕਾਰ ਇਹ ਹੋਇਆ ਕਿ ਜਿਹੜਾ ਵਜ਼ਨ ਇਹਨਾਂ ਦਾ 93 ਕਿਲੋ ਸੀਗਾ ਉਹ ਪਹਿਲੇ 20 ਦਿਨ ਦੇ ਵਿੱਚ ਜਿਹੜਾ ਉਹ ਘਟ ਕੇ ਜਿਹੜਾ ਉਹ 7 ਕਿਲੋ ਜਿਹੜਾ ਵਜ਼ਨ ਉਹ ਘਟ ਗਿਆ। ਤੇ ਉਸ ਤੋਂ ਬਾਅਦ ਅੱਜ ਜਿਹੜਾ ਇਹਨਾਂ ਦਾ ਵਜ਼ਨ ਜਿਹੜਾ ਉਹ 80 ਕਿਲੋ ਰਹਿ ਚੁੱਕਿਆ। ਤੇ ਇਸ ਤੋਂ ਇਲਾਵਾ ਜਿੰਨੀਆਂ ਵੀ ਬਾਡੀ ਦੇ ਵਿੱਚ ਪ੍ਰੋਬਲਮ ਸੀਗਾ, ਫੰਗਸ ਹੋ ਗਈ, ਗੋਡਿਆਂ 'ਚ ਪ੍ਰੋਬਲਮ ਸੀ, ਸਾਹ ਚੜ੍ਹਦਾ ਸੀ, ਬੀਪੀ ਸੀਗੀ, ਜਿਹੜਾ ਇਹਨਾਂ ਨੂੰ ਡਿਪਰੈਸ਼ਨ ਸੀਗਾ ਮਾੜਾ ਮੋਟਾ, ਉਹ ਸਾਰਾ ਦਾ ਸਾਰਾ ਅੱਜ ਬਿਨਾਂ ਦਵਾਈ ਤੋਂ ਇਹਨਾਂ ਨੇ ਉਹ ਸਾਰਾ ਡਾਕਟਰ ਅਮਰ ਸਿੰਘ ਆਜ਼ਾਦ ਹੋਣਾ ਦੀ ਡਾਈਟ ਨੂੰ ਫੋਲੋ ਕਰਕੇ ਜਿਹੜਾ ਉਹ ਆਪਣੇ ਆਪ ਹੱਲ ਕੀਤਾ।
ਤੋ ਮਤਲਬ ਇਹ ਕਹਿਣ ਤੋਂ ਭਾਵ ਇਹ ਹੈ ਕਿ ਆਪਣੇ ਡਾਕਟਰ ਇਹ ਆਪ ਬਣੇ ਨੇ। ਸੋ ਤੁਹਾਨੂੰ ਇਹ ਗੱਲਬਾਤ ਕਿਵੇਂ ਲੱਗੀ, ਆਪਣੀ ਰਾਏ ਸਾਨੂੰ ਸਾਡੇ ਕਮੈਂਟ ਬਾਕਸ ਜ਼ਰੂਰ ਦੇਣਾ। ਜੇਕਰ ਵੀਡੀਓ ਵਧੀਆ ਲੱਗੀ ਹੈ ਤਾਂ ਇਸ ਨੂੰ ਲਾਈਕ ਤੇ ਸ਼ੇਅਰ ਵੱਧ ਤੋਂ ਵੱਧ ਕਰ ਦਿਓ। ਕੀ ਪਤਾ ਕੋਈ ਇੱਕ ਬੰਦਾ ਜਿਹਾ ਇਸ ਤਰ੍ਹਾਂ ਇਹਨਾਂ ਨੇ ਵੀ ਵੀਡੀਓ ਦੇਖ ਕੇ ਹੀ ਇੱਥੇ ਡਾਕਟਰ ਅਮਰ ਸਿੰਘ ਆਜ਼ਾਦ ਹੋਣਾ ਨਾਲ ਸੰਪਰਕ ਕੀਤਾ, ਕੀ ਪਤਾ ਕੋਈ ਇਹੋ ਜਿਹਾ ਹੀ ਬੰਦਾ ਇੱਕ ਇਸ ਵੀਡੀਓ ਨੂੰ ਦੇਖ ਕੇ ਦੁਬਾਰਾ ਜਿਹੜਾ ਇਸ ਇਲਾਜ ਨੂੰ ਫੋਲੋ ਕਰਕੇ ਤੇ ਆਪਣੀ ਤੰਦਰੁਸਤੀ ਹਾਸਲ ਕਰਦਾ, ਤਾਂ ਅਸੀਂ ਸਮਝਾਂਗੇ ਕਿ ਇਸ ਵੀਡੀਓ ਨੂੰ ਬਣਾਉਣ ਦਾ ਮਕਸਦ ਕਾਮਯਾਬ ਰਿਹਾ। ਸਾਡੇ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਅਗਲੀ ਵਾਰ ਫਿਰ ਹਾਜ਼ਰ ਹੋਵਾਂਗੇ ਇੱਕ ਨਵੇਂ ਮੁੱਦੇ, ਇੱਕ ਨਵੇਂ ਮਹਿਮਾਨ ਦੇ ਨਾਲ। ਉਦੋਂ ਤੱਕ ਮੈਨੂੰ ਦਿਓ ਇਜਾਜ਼ਤ। ਧੰਨਵਾਦ।